बैठा सोनी पातशाह, बैठा सोनी पातशाह। ਇਹ ਚੂਨਾ ਮੰਡੀ ਲਾਹੌਰ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਨਮ ਹੋਇਆ। ਥੋੜ੍ਹੀ ਹੀ ਦੂਰ 'ਤੇ ਅਸੀਂ ਉਹਨਾਂ ਦੇ ਸਥਾਨ 'ਤੇ ਪਹੁੰਚਾਂਗੇ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ। ਅਤੇ ਅੱਜ ਇੱਥੇ ਦੁਕਾਨਾਂ ਬੰਦ ਨੇ, ਅੱਜ ਸੰਡੇ ਆ, ਪਰ ਇਹ ਸੰਡੇ ਕਰਕੇ ਬੰਦ ਨਹੀਂ, ਇਹ ਇਹਨਾਂ ਦਾ ਤਿਉਹਾਰ ਹੈ, ਇਹਨਾਂ ਦੇ ਮੁਹੰਮਦ ਸਾਹਿਬ ਦਾ ਕੋਈ ਜਨਮ ਹੈ ਅਤੇ ਉਸ ਦੇ ਚੱਕਰ ਵਿੱਚ ਅੱਜ ਇੱਥੇ ਦੁਕਾਨਾਂ ਬੰਦ ਨੇ। ਅਤੇ ਅਸੀਂ ਲੱਕੀ ਹਾਂ ਜਿਹੜੇ ਦੁਕਾਨਾਂ ਬੰਦ ਨੇ, ਨਹੀਂ ਤਾਂ ਟ੍ਰੈਫਿਕ ਇੱਥੇ ਕਾਫੀ ਹੁੰਦਾ ਚੂਨਾ ਮੰਡੀ 'ਚ। ਆਓ ਆਪ ਜੀ ਨੂੰ ਥੋੜ੍ਹੀ ਦੇਰ ਬਾਅਦ ਉਸ ਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਜਿੱਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ। बैठा सोनी पातशाह, बैठा सोनी पातशाह, बैठा सोनी पातशाह। रामदास सतगुरु कहावे, रामदास। ਉਹ ਸਥਾਨ ਆ ਗਿਆ, ਉਹ ਪਾਵਨ ਧਰਤੀ ਜਿੱਥੇ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ। ਜਨਮ ਸਥਾਨ ਸ਼੍ਰੀ ਗੁਰੂ ਰਾਮਦਾਸ ਜੀ, ਚੂਨਾ ਮੰਡੀ ਲਾਹੌਰ। ਇਹ ਗੁਰਦੁਆਰਾ ਹੈ ਜੀ ਚੂਨਾ ਮੰਡੀ ਲਾਹੌਰ ਦਾ, ਆਪ ਜੀ ਦੇਖ ਸਕਦੇ ਹੋ। ਜਨਮ ਸਥਾਨ ਸ਼੍ਰੀ ਗੁਰੂ ਰਾਮਦਾਸ ਜੀ ਲਾਹੌਰ ਦੇ ਵਿੱਚ। ਕਾਫੀ ਨੈਰੋ ਗਲੀਆਂ ਆ, ਥੋੜ੍ਹੀਆਂ ਭੀੜ ਭੜੱਕੇ ਵਾਲੀਆਂ ਗਲੀਆਂ, ਪਰ ਥੈਂਕਫੁਲੀ ਅੱਜ ਇਹ ਬਾਜ਼ਾਰ ਬੰਦ ਹੈ ਅਤੇ ਸਾਨੂੰ ਇੰਨੀ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਿਆ। ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹੋਈਆਂ, ਗੁਰੂ ਦੇ ਦਰ ਜਾਂਦੀਆਂ ਹੋਈਆਂ। ਚੂਨਾ ਮੰਡੀ ਲਾਹੌਰ ਦੇ ਵਿੱਚ ਜਨਮ ਸਥਾਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ। ਅਤੇ ਗਲੀਆਂ ਦੇ ਵਿੱਚ ਹੀ, ਇਹਨਾਂ ਗਲੀਆਂ 'ਚ ਮੇਰਾ ਗੁਰੂ ਖੇਡਿਆ ਛੋਟਾ ਹੁੰਦਾ। ਚਾਰੋਂ ਪਾਸੇ ਦੁਕਾਨਾਂ ਆ ਜੋ ਕਿ ਅੱਜ ਬੰਦ ਨੇ ਚੂਨਾ ਮੰਡੀ ਲਾਹੌਰ ਦੇ। जिस वस्त तिसै घर आवे, जिसकी वस्त तिसै घर आवे, जिसकी वस्त। ਇਹ ਲੰਗਰ ਹਾਲ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜਨਮ ਸਥਾਨ ਦਾ। ਸੰਗਤਾਂ ਇੱਥੇ ਲੰਗਰ ਦਾ ਆਨੰਦ ਮਾਣਦੀਆਂ ਹਨ। बैठा सोनी पातशाह, बैठा सोनी पातशाह, बैठा सोनी पातशाह, बैठा सोनी पातशाह। रामदास सतगुरु कहावे, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ 'ਤੇ ਲੰਗਰ ਕਿਚਨ। ਸੱਚੇ ਪਾਤਸ਼ਾਹ ਮਹਾਰਾਜ ਲੰਗਰ ਹਰ ਪਾਸੇ ਪਾਕਿਸਤਾਨ ਦੇ ਹਰ ਗੁਰਦੁਆਰੇ ਵਿੱਚ। ਤੇ ਚੂਨਾ ਮੰਡੀ ਦੇ ਵਿੱਚ ਸੱਚੇ ਪਾਤਸ਼ਾਹ ਚੌਥੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਾ ਸਥਾਨ। सतगुरु कहावे, रामदास सतगुरु कहावे। बैठा सोनी पातशाह, बैठा सोनी पातशाह। ਇਹ ਹੈ ਜੀ ਗੁਰਦੁਆਰਾ
जन्म स्थान चौथा पातशाही श्री गुरु रामदास जी महाराज। पूरन काल खटाया, पूरन काल खटाया, अमृतसर विच जोत जगावे, अमृतसर विच जोत जगावे, अमृतसर विच जोत जगावे, अमृतसर विच। ਗੁਰਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਗੁਰਪੁਰਬ ਦੇ ਚਾਕਰਾਂ ਇੱਥੋਂ ਦੇ ਵਸਨੀਕ ਸੰਗਤਾਂ ਵੱਲੋਂ ਲੱਖਾਂ ਤੇ ਕਰੋੜਾਂ ਵਾਰ ਵਧਾਈ ਪ੍ਰਵਾਨ ਹੋਈ ਜੀ। ਬੋਲੇ ਸੋਨੇ ਹਾਲ। ਗੁਰਮੁਖ ਪਿਆਰਿਓ, ਹਰ ਨਾਨਕ ਨਾਮ ਲੇਵਾ ਦੇ ਮਨ ਵਿੱਚ ਇੱਕ ਫੁਰਨਾ, ਇੱਕ ਆਸ, ਇੱਕ ਤੜਪ ਹੁੰਦੀ ਹੈ, ਇੱਕ ਚਾਅ ਹੁੰਦਾ ਹੈ, ਜਿਹਦੀ ਅਰਦਾਸ ਆਪਾਂ ਹਰ ਵੇਲੇ ਸ਼ਾਮ ਸਵੇਰੇ ਕਰਦੇ ਹਾਂ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਇਹਨਾਂ ਦੇ ਭੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੇ। ਸੰਖੇਪ ਰੂਪ ਵਿੱਚ ਆਪ ਜੀ ਨੂੰ ਗੁਰੂ ਰਾਮਦਾਸ ਦੇ ਜਨਮ ਸਥਾਨ, ਇਸ ਪ੍ਰਕਾਸ਼ਕ ਸਥਾਨ ਬਾਰੇ ਦੱਸਣਾ ਹੈ। ਬਹੁਤਾ ਸਮਾਂ ਨਾ ਲਈਏ। ਸੰਤਾਂ ਨੇ ਬਹੁਤ ਸਾਰੀਆਂ ਯਾਤਰਾਵਾਂ ਕਰਨੀਆਂ ਹਨ। ਗੁਰੂ ਮਹਾਰਾਜ ਆਪਣੇ ਦਰ ਲਿਖੇ ਦਾ ਵੀ ਤਿੰਨ ਚੀਜ਼ਾਂ, ਤਿੰਨ ਇਤਿਹਾਸ ਇਸ ਗੁਰਦੁਆਰੇ ਸਾਨੂੰ ਯਾਦ ਦਿਲਾਉਂਦੇ ਹਨ। ਇੱਕ ਤਾਂ ਜੋ ਦਿਨਾਂ ਜੋ ਚਿੱਬਾ ਬਣਿਆ ਹੋਇਆ ਚੁੱਕਾ ਗਿਆ, ਮੇਰੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਜਿੱਥੇ ਪਹਿਲੇ ਇਸ਼ਨਾਨ ਕਰਵਾਇਆ ਗਿਆ ਸੀ। ਦੂਸਰੇ ਨੰਬਰ ਤੇ ਸਾਹਮਣੇ ਤਖਤੀ ਲੱਗੀ ਹੋਈ ਹੈ ਜੋ ਪੁਰਾਤਨ ਉਸਦੇ ਆਪਣੇ ਘਰ ਦੀ ਹਾਲਤ ਸੀ, ਜੋ ਆਪਣੇ ਘਰ ਦਾ ਨਕਸ਼ਾ ਸੀ, ਉਹ ਵੀ ਆਪ ਜੀ ਨੂੰ ਦਿਖਾਈ ਦੇ ਰਿਹਾ। ਤੀਸਰੇ ਨੰਬਰ ਤੇ ਸੇਮ ਹਰਮੰਦਰ ਸਾਹਿਬ ਦਾ ਨਕਸ਼ਾ ਹੈ। ਗੁਰਮੁਖ ਪਿਆਰਿਓ, ਗੁਰੂ ਰਾਮਦਾਸ ਸਾਹਿਬ ਦੇ ਜੀਵਨ ਬਾਰੇ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ, ਕਿਉਂਕਿ ਕੋਈ ਲੁਕੀ ਚੁੱਕੀ ਗੱਲ ਨਹੀਂ ਹੈ। ਸਾਨੂੰ ਆਪਣੇ ਗੁਰੂ ਦੇ ਇਤਿਹਾਸ ਨੂੰ ਬਾਰ-ਬਾਰ ਦੁਹਰਾਉਣਾ ਚਾਹੀਦਾ ਹੈ, ਚਾਹੇ ਭਾਵੇਂ ਸਾਨੂੰ ਪਤਾ ਹੈ। ਗੁਰੂ ਪਿਆਰਿਓ, ਗੁਰੂ ਰਾਮਦਾਸ ਸਾਹਿਬ ਜੀ ਇਸ ਸਥਾਨ ਤੇ ਜਨਮ ਲਿਆ। ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖੋਂ। ਗੁਰਮੁਖ ਪਿਆਰਿਓ, ਕੇਵਲ 5-7 ਮਹੀਨੇ ਦੇ ਛੋਟੇ ਬਾਲ ਸਨ। ਮਾਂ ਦਾ ਸਾਇਆ ਸਿਰ ਉੱਠਿਆ, ਬੱਚਾ ਮਾਂ ਦੇ ਪਿਆਰ ਤੋਂ ਵਾਂਝਾ ਰਹਿ ਗਿਆ, ਯਤੀਮ ਹੋ ਗਿਆ। ਇਹਨਾਂ ਹੀ ਨਹੀਂ, ਕੇਵਲ 7 ਸਾਲ ਦੀ ਉਮਰ ਸੀ, ਪਿਤਾ ਵੀ ਅਕਾਲ ਚਲਾਣਾ ਕਰ ਗਏ। 7 ਸਾਲ ਦੀ ਉਮਰ, ਮਾਤਾ ਪਿਤਾ ਨਹੀਂ, ਬੱਚਾ ਮਾਤਾ ਪਿਤਾ ਤੋਂ ਯਤੀਮ ਹੈ। ਗੁਰਮੁਖ ਪਿਆਰਿਓ, ਆਪ ਜੀ ਅੱਜ ਕੱਲ੍ਹ ਜਾਂਚ ਕੇ ਦੇਖ ਲਓ, ਆਪ ਜੀ ਨੂੰ ਪਤਾ ਹੈ ਕਿ ਜਦੋਂ ਔਖਾ ਸਮਾਂ ਆਉਂਦਾ ਹੈ, ਸਾਕ ਸੰਬੰਧੀ ਰਿਸ਼ਤੇਦਾਰ ਸਾਰੇ ਨਾਤੇ ਤੋੜ ਦਿੰਦੇ ਹਨ। ਇਹ ਅਜਿਹਾ ਕੁਝ ਮੇਰੇ ਗੁਰੂ ਰਾਮਦਾਸ ਜੀ ਨਾਲ ਵੀ ਹੋਇਆ। ਗੁਰਮੁਖ ਪਿਆਰਿਓ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਛੋਟੇ ਜਿਹੇ ਬਾਲ ਸਨ, ਪੱਟਾ ਪੁਰਾਣਾ ਚੋਲਾ ਸੀ, 2 ਚੋਲੇ ਸਨ। ਇਤਿਹਾਸ ਵਿੱਚ ਆ ਰਿਹਾ, ਇੱਕ ਚੋਲਾ ਬਦਲਾਉਂਦੇ ਸਨ, ਦੂਸਰਾ ਤੋਤਾ ਹੋਇਆ ਹੁੰਦਾ ਸੀ, ਦੂਸਰਾ ਧੋਂਦੇ ਸਨ। ਗੁਰਮੁਖ ਪਿਆਰਿਓ, ਪੈਰਾਂ 'ਚ ਜੁੱਤੀ ਕੋਈ ਨਹੀਂ, ਇਹਨਾਂ ਗਲੀਆਂ ਬਾਜ਼ਾਰਾਂ ਵਿੱਚ ਆਵਾਜ਼ਾਂ ਲਾਉਂਦੇ ਹਨ, ਰਾਮ ਕੁੰਗੜੀ ਲੈ ਲਓ, ਵਾਹਿਗੁਰੂ ਕੁੰਗੜੀ ਲੈ ਲਓ। ਗੁਰੂ ਮਹਾਰਾਜ ਦਾ ਫਰਮਾਨ ਹੈ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨ ਕੋਏ, ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਗੁਰੂ ਮਹਾਰਾਜ ਨੇ ਵੀ ਉਸ ਅਕਾਲ ਪੁਰਖ ਦਾ ਆਸਰਾ ਲਿਆ ਅਤੇ ਆਪਣੀਆਂ ਕੁੰਗੜੀਆਂ ਵੇਚ ਕੇ ਆਪਣਾ ਗੁਜ਼ਾਰਾ ਕੀਤਾ। ਆਪ ਭੁੱਖਾ ਪਾਣਾ ਸੀ, ਪਰ ਕਿਸੇ ਦੀ ਭੁੱਖ ਬਰਦਾਸ਼ਤ ਨਹੀਂ ਸੀ। ਕਿਸੇ ਨੂੰ ਭੁੱਖਾ ਦੇਖਦੇ ਸਨ, ਮੁੱਠ ਭਰ ਬੋਲੀ ਕੁੰਗੜੀਆਂ ਦੇ ਦਿੰਦੇ ਸਨ ਕਿ ਆਪਣੀ ਭੁੱਖ ਬੁਝਾ ਲੈ। ਕਿਸੇ ਨੇ ਸੰਬੰਧ ਨਹੀਂ ਕੀਤਾ, ਸਾਰਿਆਂ ਨੇ ਸੰਬੰਧ ਤੋੜ ਦਿੱਤੇ। ਕਿਸੇ ਦਰਵਾਜ਼ੇ ਦੇ ਮੋਰੇ ਜਾਂਦੇ ਹਨ ਸਾਕ ਸੰਬੰਧੀ ਦੇ, ਅਗਲੇ ਦਰਵਾਜ਼ਾ ਪੇੜ ਦਿੰਦੇ ਸਨ। ਉਹਨਾਂ ਦਾ ਮਾਂ ਪਿਓ ਬੱਚੇ ਨੂੰ ਸਮਝਾਉਂਦੇ ਸਨ ਕਿ ਇਹ ਬੱਚਾ ਨਾਪਾਗਾ ਹੈ, ਇਹਦੇ ਮੂੰਹ ਨਹੀਂ ਲੱਗਣਾ। ਇਹਨੇ ਜੰਮਦਿਆਂ ਹੀ ਆਪਣੇ ਮਾਤਾ ਪਿਤਾ ਨੂੰ ਲੈ ਡੁੱਬਿਆ। ਐਸੇ ਸਭ ਸ਼ਬਦ ਵਰਤੇ ਜਾਂਦੇ ਸਨ, ਪਰ ਉਹਨਾਂ ਨਾ ਸਮਝਾਂ ਨੂੰ ਇਹ ਪਤਾ ਨਹੀਂ ਸੀ ਕਿ ਅੱਜ ਦਾ ਇਹ ਬੱਚਾ ਕੱਲ੍ਹ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣੇਗਾ।
ਜਦੋਂ ਪਿੰਡ ਬਾਸਰ ਕੇ ਨਾਨੀ ਜੀ ਲੈ ਕਰ ਗਈ, ਸੰਖੇਪ ਰੂਪ ਵਿੱਚ ਦੱਸੀਏ, ਉੱਥੇ ਗੋਇੰਦਵਾਲ ਦੀ ਧਰਤੀ ਤੇ ਬਹੁਤ ਸਾਰੀ ਸੇਵਾਵਾਂ ਕੀਤੀਆਂ। ਗੁਰੂ ਅਮਰਦਾਸ ਸਾਹਿਬ ਜੀ ਜੋ ਦੀਵਾਨ ਲਾਉਂਦੇ ਸਨ, ਪੂਰੇ ਦੀਵਾਨ ਦੀ ਤਪੜਾ ਫੇਰਨਾ, ਚਾਦਰਾਂ ਦੀ ਵਿਛਾਈ ਕਰਨੀ, ਬਾਅਦ ਵਿੱਚ ਜੂਠੇ ਬਰਤਨਾਂ ਦੀ ਸੰਪੂਰਨ ਤੌਰ ਤੇ ਸੇਵਾ ਗੁਰੂ ਰਾਮਦਾਸ ਸਾਹਿਬ ਜੀ ਖੁਦ ਕਰਿਆ ਕਰਦੇ ਸਨ। 12 ਸਾਲ ਜੂਠੇ ਬਰਤਨਾਂ ਦੀ ਸੇਵਾ ਗੁਰੂ ਰਾਮਦਾਸ ਸਾਹਿਬ ਜੀ ਨੇ ਖੁਦ ਕੀਤੀ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੀ ਬਖਸ਼ਿਸ਼ ਹੋਈ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲੀ, ਅਤੇ ਪਦਵੀਆਂ ਕਿਹੜੀਆਂ ਮਿਲੀਆਂ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਚੀਜ਼ਿਆਂ ਦੇ ਚੀਜ਼। ਤਨ 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 ਸ੍ਰੀ ਗੁਰੂ ਰਾਮਦਾਸ ਜੀ। ਇੱਕ ਵਾਰੀ ਆਖੋ ਜੀ, ਤਨ 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 ਸ੍ਰੀ ਗੁਰੂ ਰਾਮਦਾਸ। ਐਸੇ ਮਹਾਨ ਪਵਿੱਤਰ ਗੁਰੂ ਘਰਾਂ ਦੇ ਆਪ ਜੀ ਯਾਤਰਾ ਕਰ ਰਹੇ ਹੋ। ਪਾਕਿਸਤਾਨ ਦੀ ਧਰਤੀ ਤੋਂ ਭੁੱਲਣਾ ਨਹੀਂ ਚਾਹੀਦਾ। ਬਹੁਤ ਵੱਡਾ ਇਤਿਹਾਸ ਹੈ ਪਾਕਿਸਤਾਨ ਦੀ ਧਰਤੀ ਦੇ ਵਿੱਚ। ਸ੍ਰੀ ਨਨਕਾਣਾ ਸਾਹਿਬ ਦਾ ਜਨਮ ਭੂਮੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਕਾ ਸਥਾਨ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਸਥਾਨ, ਸਿੰਘ ਸਿੰਘਣੀਆਂ ਸਵਾ ਮਣ ਪੀਸਣ ਪੀਸੇ, ਕਨੀ ਕਨੀ ਰੋਟੀ ਤੇ ਜੋ ਗੁਜ਼ਾਰਾ ਕੀਤਾ, ਜਿਨ੍ਹਾਂ ਨੇ ਬੱਚਿਆਂ ਨੇ ਟੁਕੜੇ ਟੁਕੜੇ ਹੋਏ, ਮਾਵਾਂ ਨੇ ਅੰਦਰਿਆਂ ਦੇ ਬੱਚਿਆਂ ਦੇ ਅੰਦਰਿਆਂ ਦੇ ਆਪਣੇ ਗਲਾਂ 'ਚ ਆਰ ਪਵਾਏ, ਪਰ ਸਿੱਖੀ ਵਿੱਚ ਅਡੋਲ ਰਹੇ। ਉਹ ਸਥਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸਥਾਨ, ਸ਼ਹੀਦ ਭਾਈ ਮਨੀ ਸਿੰਘ ਦਾ ਸਥਾਨ, ਬਹੁਤ ਸਾਰੇ ਸਥਾਨ ਹਨ ਪਾਕਿਸਤਾਨ ਦੀ ਧਰਤੀ ਤੇ, ਸਾਨੂੰ ਭੁੱਲਣੇ ਨਹੀਂ ਚਾਹੀਦੇ। ਗੁਰਮੁਖ ਪਿਆਰਿਓ, ਵਡਭਾਗੇ ਹੋ, ਤਨਤਾ ਦੇ ਯੋਗ ਹੋ। ਆਪਾਂ ਨੇ ਸਿਰਫ ਕੇਵਲ ਤੋਂ ਕੇਵਲ 5 ਮਿੰਟਾਂ ਦਾ ਆਨੰਦ ਮਾਣਨਾ ਹੈ ਗੁਰਬਾਣੀ ਦਾ। ਉਸ ਤੋਂ ਬਾਅਦ ਅਰਦਾਸਾਂ ਸੋਧੀ ਜਾਵੇਗੀ। सतगुरु कोट पैना आगे पूरा ब्रह्म आराधया पूरा दाना नानक पूरा पाया पूरे के गुणगान ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਉਸ ਜਨਮ ਸਥਾਨ ਤੇ ਪਹੁੰਚੇ ਹਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ,
ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਨਮ ਹੋਇਆ। ਇੱਥੇ ਇੱਕ ਥੋੜ੍ਹਾ ਖੇਡੇ ਵੱਡੇ ਹੋਏ। ਬਾਕੀ ਦੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੀ, ਸਾਡੇ ਨਾਲ ਮਹਾਨ ਹਸਤੀ ਭਾਈ ਪਿੰਦਰਪਾਲ ਸਿੰਘ ਜੀ ਮੌਜੂਦ ਨੇ, ਉਹਨਾਂ ਤੋਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਅਸੀਂ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਬੈਠੇ ਹਾਂ, ਪਾਕਿਸਤਾਨ ਲਾਹੌਰ ਚੂਨਾ ਮੰਡੀ ਦੇ ਵਿੱਚ। ਭਾਈ ਸਾਹਿਬ ਜੀ, ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਮੈਂ ਤੁਹਾਨੂੰ ਸੱਚ ਦੱਸਾਂ, ਜ਼ਿੰਦਗੀ 'ਚ ਸਾਰੀ ਕਥਾ ਬਹੁਤ ਕੀਤੀ, ਪਰ ਜੋ ਐਤਕੀ ਇਸ ਟੂਰ 'ਚ ਪਾਕਿਸਤਾਨ ਦੇ ਗੁਰੂ ਧਾਮਾਂ 'ਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਦੀ ਕੀਮਤ ਹੀ ਕੋਈ ਨਹੀਂ। ਪਹਿਲੀ ਗੱਲ ਤਾਂ ਮੈਨੂੰ ਇਹ ਪਤਾ ਹੀ ਨਹੀਂ ਸੀ ਵੀ ਮੈਂ ਇੱਥੇ ਆਉਣਾ। ਮੈਂ ਕਿਸੇ ਜਥੇ ਨਾਲ ਨਹੀਂ ਆਇਆ। ਇੱਥੋਂ ਭਾਈ ਬਿਸ਼ਨ ਸਿੰਘ ਨੇ, ਪੁਰਾਣੇ ਪ੍ਰਧਾਨ, ਉਹਨਾਂ ਦਾ ਮੈਨੂੰ ਫੋਨ ਗਿਆ ਇੱਥੇ ਭਾਈ ਪਰਮਜੀਤ ਸਿੰਘ ਉਹਨਾਂ ਨੂੰ, ਵੀ ਕਿਸੇ ਤਰੀਕੇ ਨਾਲ ਭਾਈ ਪਿੰਦਰਪਾਲ ਸਿੰਘ ਜੀ ਦੀ ਗੱਲ ਕਰਾ ਦਿਓ, ਸਾਡੇ ਨਾਲ ਕਰਾ ਸਕਦੇ ਹੋ। ਸਾਡਾ ਚਲੋ ਅਚਨਚੇਤ ਪ੍ਰੋਗਰਾਮ ਬਣ ਗਿਆ। 6 7 8 ਮੈਂ ਪ੍ਰੋਗਰਾਮ ਖਾਲੀ ਰੱਖਿਆ ਸੀ। ਯੂਰਪ ਤੋਂ ਆਉਣਾ ਸੀ, ਮੈਂ ਆਰਾਮ ਕਰਾਂਗਾ, ਪਰ ਵੀਜ਼ਾ ਲੱਗ ਗਿਆ। ਗੁਰੂ ਸਾਹਿਬ ਇੰਝ ਜੀ ਗੁਰੂ ਨਾਨਕ ਸਾਹਿਬ ਨੇ ਆਵਾਜ਼ ਮਾਰੀ, ਬੇਟਾ ਤੂੰ ਆ ਇੱਥੇ। ਅਸੀਂ ਫਿਰ ਨਨਕਾਣਾ ਸਾਹਿਬ ਗਏ। 2 ਦਿਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕੀਤੀ। ਉਹਨਾਂ ਦੇ ਸਥਾਨ ਤੇ ਜੋ ਬਚਪਨ ਦੀ ਸਾਰੀ ਕਹਾਣੀ ਸੀ ਉਹਦੀ ਕਥਾ ਕੀਤੀ, ਸਤਿਗੁਰਾਂ ਦਾ ਜੀਵਨ, ਗੁਰਬਾਣੀ। ਉਸ ਤੋਂ ਬਾਅਦ ਅਸੀਂ ਪਿੰਡ ਆਪਣੇ ਚੂੜਕਾਣੇ ਗਏ। ਕੱਲ੍ਹ ਮੈਂ ਆਪ ਜੀ ਨੂੰ ਦੱਸਿਆ, ਉੱਥੇ ਸਾਡੇ ਬਜ਼ੁਰਗ ਰਹਿੰਦੇ ਰਹੇ, ਸਾਡੀ ਜ਼ਮੀਨ, ਸਾਡੀ ਪੈਲੀ। ਫਿਰ ਪਿਤਾ ਜੀ ਦੱਸਦੇ ਆ ਵੀ ਸਾਡੇ ਬਜ਼ੁਰਗਾਂ ਨੇ ਇਹ ਸੱਚਾ ਸੌਦਾ ਦਾ ਜਿਹੜਾ ਅਸਥਾਨ ਸੀ, ਇਹ ਇੱਥੇ ਟਿੱਬਾ ਹੁੰਦਾ ਸੀ। ਸਾਰੇ ਪਿੰਡ ਨੇ ਰਲ ਕੇ ਇਹਨੂੰ ਪੱਧਰਿਆਂ ਕਰਕੇ ਇਹ ਅਸਥਾਨ ਬਣਾਇਆ। ਕੱਤੇ ਦੇ ਮਹੀਨੇ 4 ਸਾਲ ਸਾਡੇ ਬਜ਼ੁਰਗਾਂ ਵੱਲੋਂ ਇੱਥੇ ਅਖੰਡ ਪਾਠ ਸਾਹਿਬ ਵੀ ਵਿਖਾਏ ਜਾਂਦੇ ਸਨ। ਉੱਥੇ ਥੋੜ੍ਹਾ ਚਿਰ ਬੋਲਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਅਸੀਂ ਕਰਤਾਰਪੁਰ ਆਏ। ਕੁਦਰਤ ਦੀ ਨੇਤ ਦੇਖੋ, ਮੇਰਾ ਪ੍ਰੋਗਰਾਮ ਸੀ 8 ਤਰੀਕ ਸ਼ਾਮ ਦਾ, ਵੀ 8:30 ਵਜੇ ਆਪਾਂ ਨੇ ਉੱਥੇ ਕਥਾ ਕਰਨੀ ਸੀ। ਇੱਕ ਤਾਂ ਅਸੀਂ ਨਨਕਾਣਾ ਸਾਹਿਬ ਤੋਂ ਲੇਟ ਹੋ ਗਏ। ਰਸਤੇ ਵਿੱਚ ਨਾਰੋਵਾਲ ਯੂਨੀਵਰਸਿਟੀ 'ਚ ਇਹ ਮੁਸਲਮਾਨ ਬੱਚੀਆਂ ਦਾ ਗੁਰੂ ਨਾਨਕ ਸਤਿਗੁਰੂ ਦੇ ਪਵਿੱਤਰ ਜੀਵਨ ਤੇ ਸਿੱਖਿਆਵਾਂ ਦੇ ਉੱਤੇ ਲੈਕਚਰ ਸਨ, ਤੇ ਉਹ ਵੀਸੀ ਸਾਹਿਬ ਤੇ ਆਪਣੇ ਇੱਥੇ MP ਨੇ ਸ਼ਾਇਦ ਹਰਮੇਸ਼ ਸਿੰਘ ਜੀ ਅਰੋੜਾ, ਉਹਨਾਂ ਨੇ ਰਸਤੇ ਸਾਨੂੰ ਰੋਕ ਲਿਆ। ਉੱਥੇ ਫਿਰ ਯੂਨੀਵਰਸਿਟੀ ਟਾਈਮ ਲੱਗ ਗਿਆ। ਅਸੀਂ ਵਾਪਸ ਆਏ ਗਏ, ਸਿਕਿਉਰਿਟੀ ਦਾ ਸੀ। ਸੰਗਤ ਸਾਰੀ ਜਿਵੇਂ ਉਹ ਬੰਦਾ ਉਦਾਸ ਹੋ ਜਾਂਦਾ, ਕਥਾ ਦਾ ਟਾਈਮ ਨਿਕਲ ਗਿਆ ਕਿਉਂਕਿ ਸਵੇਰੇ ਉਦਘਾਟਨ ਸੀ, ਤੇ ਉਹਨਾਂ ਨੇ ਸਾਰੀ ਆਪਣੀ ਜਿਹੜੀ ਇਹ ਸਿਕਿਉਰਿਟੀ ਦਾ ਵੀ ਕਰਨਾ ਸੀ, ਸਫਾਈ ਵੀ ਕਰਨੀ ਸੀ। ਪਰ ਅਸੀਂ ਰਾਤ ਨੂੰ ਚਲੇ ਗਏ। ਉੱਥੇ ਜਾ ਕੇ ਅਸਾਂ ਨੇ ਦਰਸ਼ਨ ਮੇਲੇ ਕਰ ਲਏ। ਭਾਈ ਸਾਹਿਬ ਮਿਲੇ, ਭਾਈ ਗੋਬਿੰਦ ਸਿੰਘ ਜੀ। ਫਿਰ ਉਹ ਕਹਿੰਦੇ, ਭਾਈ ਸਾਹਿਬ ਤੁਸੀਂ ਸਵੇਰੇ ਆ ਜਾਓ, ਸਾਡੇ ਕੋਲ ਮਿਲਣਾ ਹੈ। ਬੜੀ ਸ਼ਰਧਾ ਵਾਲਾ ਸਿੰਘ, 19 ਸਾਲ ਹੋ ਗਏ ਉੱਥੇ ਸੇਵਾ ਕਰਦੇ ਹਾਂ। ਅਸੀਂ ਸਵੇਰੇ ਚਲੇ ਗਏ। ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ। ਮੈਂ ਨਾ ਖੁਸ਼ਕਿਸਮਤ ਹਾਂ ਕਿ ਇਸ ਇਤਿਹਾਸਕ ਦਿਹਾੜੇ ਤੇ ਮੈਂ ਤਾਂ ਇਹ ਸਮਝਣਾ ਕਿ 550ਵਾਂ ਹਜ਼ੂਰ ਦਾ ਪੁਰਬ ਸੀ। ਹਾਲਾਂ ਪੁਰਬ ਤੇ 12 ਤਰੀਕ ਨੂੰ ਹੈ, ਪਰ 9 ਤਰੀਕ ਨੂੰ ਗੁਰੂ ਨਾਨਕ ਸਾਹਿਬ ਨੇ ਕਿਉਂ ਮੈਨੂੰ ਸੱਦ ਲਿਆ, ਮੈਨੂੰ ਪਹਿਲਾਂ ਕਿਉਂ ਬੁਲਾ ਲਿਆ? ਇੰਜ ਲੱਗਦਾ ਸਤਿਗੁਰੂ ਨੇ ਇਹ ਅਸੀਸ ਦਿੱਤੀ ਵੀ ਆ ਤੂੰ ਇੱਥੇ ਕਥਾ ਕਰ। ਮੇਰਾ ਅੰਦਰ ਇਹੀ ਕਹਿੰਦਾ। ਫਿਰ ਅਸੀਂ ਉੱਥੇ ਕਰਤਾਰਪੁਰ ਸਾਹਿਬ ਚਲੇ ਗਏ। ਸਵੇਰੇ ਅਸੀਂ ਪਹੁੰਚ ਗਏ। ਤਕਰੀਬਨ 1.25 ਘੰਟਾ ਕਥਾ ਕੀਤੀ। ਇੰਨਾ ਜ਼ਬਰਦਸਤ ਔਰਾ ਸੀ ਉੱਥੇ, ਸਭ ਕੁਝ ਜ਼ਿਹਨ ਵਿੱਚ ਆ ਗਿਆ। ਮੈਂ ਖੁਸ਼ਕਿਸਮਤ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਇਸ ਪੁਰਬ ਤੇ ਆਇਆ। ਉਸ ਤੋਂ ਬਾਅਦ ਅਸੀਂ ਰਾਤ ਕਰਤਾਰਪੁਰ ਤੋਂ ਕਾਲਾ, ਜਿੱਥੇ ਸਤਿਗੁਰੂ ਗੁਰੂ ਰਾਮਦਾਸ ਦੇ ਜਨਮ ਸਥਾਨ ਤੇ ਆਏ ਹਾਂ। ਤੁਸੀਂ ਅੰਦਰ ਦਰਸ਼ਨ ਕਰੋਗੇ, ਹਜ਼ੂਰ ਦਾ ਜਨਮ ਸਥਾਨ ਹੈ। ਬਾਹਰ ਸਾਹਮਣੇ ਗਲੀ ਪਾਰ ਗੁਰੂ ਅਰਜਨ ਦੇਵ ਜੀ ਦਾ ਸਥਾਨ, ਜਿੱਥੇ ਕਿਹਾ ਜਾਂਦਾ ਇੱਥੋਂ ਦੇ ਇਤਿਹਾਸ ਮੁਤਾਬਕ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ ਵਾਲੇ ਸ਼ਬਦ ਲਿਖੇ। ਉਸ ਤੋਂ ਇਲਾਵਾ ਅਸੀਂ ਸਤਿਗੁਰੂ ਗੁਰੂ ਰਾਮਦਾਸ ਜੀ ਸਵੇਰੇ ਕਿਰਪਾ ਕੀਤੀ। ਖੁਸ਼ੀ ਇਸ ਗੱਲ ਦੀ ਹੈ, ਅਸੀਂ 3 ਰਾਤਾਂ ਇੱਥੇ ਰਹੇ ਹਾਂ। 2 ਰਾਤਾਂ ਗੁਰੂ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ 'ਚ ਮਹਾਰਾਜ ਨੇ ਸਾਨੂੰ ਰੱਖਿਆ। 1 ਰਾਤ ਕਰਤਾਰਪੁਰ। ਕੱਲ੍ਹ ਵੀ ਮੈਨੂੰ ਕਿਹਾ ਸੀ ਆਪ ਜੀ ਨੂੰ, ਜਿੱਥੇ ਮੇਰੇ ਬਾਬੇ ਨੇ 18 ਸਾਲ ਆਪਣੇ ਚਰਨ ਪਾਏ, ਖੇਤ ਵਾਏ, ਬੀਜੇ, ਪਾਣੀ ਲਾਏ, ਸਾਨੂੰ ਉੱਥੇ ਗੁਰੂ ਨੇ ਆਪਣੇ ਚਰਨਾਂ ਦੀ ਝੂੜ 'ਚ ਲੰਮੇ ਪੈਣ ਦੀ ਰਾਤ ਬਖਸ਼ੀ। ਉਸ ਤੋਂ ਬਾਅਦ ਅਸੀਂ ਇੱਥੇ ਆਏ ਹਾਂ ਤੇ ਗੁਰੂ ਰਾਮਦਾਸ ਦੇ ਦਰਬਾਰ 'ਚ ਸਾਨੂੰ ਰਾਤ ਮਿਲੀ। ਇੱਥੋਂ ਦੇ ਸੇਵਾਦਾਰ ਭਾਈ ਮਨਿੰਦਰ ਸਿੰਘ ਹੋਣੀ ਸਾਰੇ, ਇਹਨਾਂ ਬਹੁਤ ਪਿਆਰ ਕੀਤਾ। ਸੱਚ ਇਹ ਵੇ, ਇੱਥੇ ਜਦੋਂ ਵੀ ਸਿੱਖ ਆਏ ਇਹ ਭਾਵਨਾ ਲੈ ਕੇ ਆਏ, ਮੈਂ ਗੁਰੂਆਂ ਦੀਆਂ ਅਸੀਸਾਂ ਲੈ ਕੇ ਜਾਣੀਆਂ। ਤੇ ਜਿਹੜੀ ਹੈਰਾਨਗੀ ਦੀ ਗੱਲ ਅਜੇ ਹੋਈ,
ਅਸੀਂ ਸਵੇਰੇ ਇੱਥੇ ਉੱਠ ਕੇ ਜਦੋਂ ਹੁਕਮਨਾਮੇ ਦੀ ਵਿਚਾਰ ਕਰਨ ਗਏ ਤੇ ਇੱਥੇ ਹੁਕਮਨਾਮਾ ਆਇਆ ਸੀ ਜਨਮ ਸਥਾਨ ਗੁਰੂ ਰਾਮਦਾਸ ਜੀ ਦੇ ਤੇ ਕੋਈ ਜਾਣੇ ਕਵਨ ਇਹਾਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਕੀ ਨਿਰਮਲ ਰੀਤ। ਮਨ ਚ ਆਇਆ ਵੀ ਮਹਾਰਾਜ ਤੁਸੀਂ ਆਇਓ, ਗੁਰੂ ਗ੍ਰੰਥ ਸਾਹਿਬ ਬੋਲਦੇ ਆ ਹੁਕਮਨਾਮਾ ਜੀ ਆ ਗਿਆ। ਫਿਰ ਮਨ ਨੇ ਕਿਹਾ ਸਤਿਗੁਰਾਂ ਨੇ ਇਹ ਸਾਨੂੰ ਸੁਣਾਇਆ ਸਮਝਾਇਆ, ਜਦੋਂ ਇੱਥੇ ਵਿਚਰਦੇ ਸਾਂ ਮਾਤਾ ਪਿਤਾ ਚਲੇ ਗਏ, ਨਾਨੀ ਸੀ, ਇਹ ਸਾਰਾ ਮਹੱਲਾ ਤੇ ਆਪਣਾ ਹੀ ਸੀ, ਪਰ ਇੱਥੇ ਕੋਈ ਨਹੀਂ ਕਿਸੇ ਦਾ। ਪਰ ਜਦੋਂ ਅਸੀਂ ਗਏ ਡੇਰਾ ਸਾਹਿਬ, ਉੱਥੇ ਅੰਦਰ ਜਾ ਕੇ ਗੁਰਮੁਖ ਪਿਆਰੇ ਕਹਿੰਦੇ ਦਰਸ਼ਨ ਕਰ ਲਓ। ਅੰਦਰ ਗਏ, ਜਾ ਕੇ ਸਤਿਗੁਰਾਂ ਦਾ ਹੁਕਮ ਲਿਆ ਤੇ ਉੱਥੇ ਹੁਕਮਨਾਮਾ ਗੁਰੂ ਰਾਮਦਾਸ ਦਾ ਆ ਗਿਆ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਪੈ ਆ ਵਿਚਾਈ। ਉਸ ਵਿੱਚ ਜਦੋਂ ਆਇਆ ਨਾ, ਤਨ ਮਨ ਕਾਟ ਕਾਟ ਸਰਬ ਅਰਪੀ ਵਿੱਚ ਅਗਨੀ ਆਪ ਜਲਾਈ। ਮਨ ਨੇ ਕਿਹਾ ਮਨਾ ਇੱਥੇ ਬਾਪੂ ਦੱਸਦਾ ਪੁੱਤਰ ਕਿਵੇਂ ਸ਼ਹੀਦ ਹੋਇਆ, ਉੱਥੇ ਪੁੱਤਰ ਦੱਸ ਰਿਹਾ ਸੀ ਕਿ ਬਾਪੂ ਜੀ ਕਿਵੇਂ ਇੱਥੋਂ ਗਏ। ਇਸ ਕਰਕੇ ਤੁਸੀਂ ਆਇਓ, ਜ਼ਰੂਰ ਇਹਨਾਂ ਸਥਾਨਾਂ ਦੇ ਦਰਸ਼ਨ ਕਰੋ। ਵਾਹਿਗੁਰੂ करे रहावे ही की बात करे रहावे बैठा सोटी। ਹੁਣ ਜਿਸ ਜਗ੍ਹਾ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹ ਸਥਾਨ ਹੈ ਜਿੱਥੋਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਇੱਥੋਂ ਬੈਠ ਕੇ ਚਿੱਠੀਆਂ ਲਿਖੀਆਂ ਸੀ, ਜਿਹਨੂੰ ਆਪਾਂ ਸ਼ਬਦ ਹਜ਼ਾਰੇ ਵੀ ਕਹਿੰਦੇ ਹਾਂ। ਗੁਰੂ ਰਾਮਦਾਸ ਜੀ ਨੇ ਇੱਕ ਵਿਆਹ ਵਾਸਤੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਭੇਜਿਆ ਸੀ ਤੇ ਇਹ ਕਿਹਾ ਸੀ ਵੀ ਜਿੰਨਾ ਚਿਰ ਅਸੀਂ ਤੁਹਾਨੂੰ ਵਾਪਸ ਨਹੀਂ ਬੁਲਾਉਂਦੇ ਤੁਸੀਂ ਉੱਥੇ ਰਹਿ ਕੇ ਲੰਗਰ ਦੀ ਸੇਵਾ ਕਰਨੀ ਆ ਤੇ ਸਿੱਖੀ ਦਾ ਪ੍ਰਚਾਰ ਕਰਨਾ। ਕਾਫੀ ਸਮੇਂ ਬਾਅਦ ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵਾਪਸ ਨਹੀਂ ਬੁਲਾਇਆ, ਫਿਰ ਗੁਰੂ ਅਰਜਨ ਦੇਵ ਜੀ ਨੇ 2 ਚਿੱਠੀਆਂ ਲਿਖੀਆਂ ਸੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ, ਜੋ ਕਿ ਉਹਨਾਂ ਦੇ ਭਰਾ ਪ੍ਰਿਥੀ ਚੰਦ ਦੇ ਹੱਥ ਲੱਗ ਗਈਆਂ ਸੀ ਤੇ ਉਹਨੇ ਉਹ ਚਿੱਠੀਆਂ ਗੁਰੂ ਜੀ ਤੱਕ ਨਹੀਂ ਪਹੁੰਚਣ ਦਿੱਤੀਆਂ। ਤੀਸਰੀ ਚਿੱਠੀ ਗੁਰੂ ਅਰਜਨ ਦੇਵ ਜੀ ਨੇ ਇਹ ਕਹਿ ਕੇ ਭੇਜੀ ਵੀ ਇਹ ਸਿੱਧੀ ਗੁਰੂ ਰਾਮਦਾਸ ਜੀ ਨੂੰ ਪਹੁੰਚਾਈ ਜਾਵੇ। ਉਹ ਚਿੱਠੀ ਜਦੋਂ ਗੁਰੂ ਰਾਮਦਾਸ ਜੀ ਨੂੰ ਮਿਲੀ ਤੇ ਉਹਨਾਂ ਨੇ ਉਸ ਚਿੱਠੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਬੈਰਾਗ ਪੜ੍ਹ ਕੇ ਬਾਬਾ ਬੁੱਢਾ ਜੀ ਨੂੰ ਭੇਜ ਕੇ ਗੁਰੂ ਅਰਜਨ ਦੇਵ ਜੀ ਨੂੰ ਵਾਪਸ ਆਪਣੇ ਕੋਲ ਬੁਲਵਾ ਲਿਆ ਸੀ। ਇਹ ਉਹ ਸਥਾਨ ਹੈ, ਇਹ ਉਹ ਛੱਤ ਹੈ ਜਿੱਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਉਹ ਚਿੱਠੀਆਂ ਲਿਖੀਆਂ ਸਨ। बैठा सोटी पातशाह बैठा सोटी पातशाह बैठा सोटी पातशाह बैठा सोटी पातशाह दिच्चा पूरब देवना दिच्चा पूरब देवना दिच्चा पूरब देवना जिस दिवस तिसै कर आवे जिसकी वस्त तिसै कर आवे जिस दिवस